हाँ जी ਵੈਲਕਮ ਤੁਹਾਡਾ ਸਾਰਿਆਂ ਦਾ ਪੰਜਾਬ ਮੈਂਟੋਰ YouTube ਚੈਨਲ ਤੇ। ਸੋ ਜਿਸ ਤਰ੍ਹਾਂ ਆਪਾਂ ਤੁਹਾਡੇ ਲਈ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਰਿਕਰੂਟਮੈਂਟ 2021 ਲਈ ਕਲਾਸਿਸ ਪ੍ਰੋਵਾਈਡ ਕਰ ਰਹੇ ਹਾਂ, ਮੌਕ ਟੈਸਟ ਪ੍ਰੋਵਾਈਡ ਕਰ ਰਹੇ ਹਾਂ। ਸੋ ਆਪਣੀ ਜਿਹੜੀ ਡੇਲੀ ਈਵਨਿੰਗ ਜਿਹੜੀ ਕਲਾਸ ਹੁੰਦੀ ਸੀਗੀ 8 ਵਜੇ, ਉਹ ਹੁੰਦੀ ਸੀਗੀ ਜੀ ਪੰਜਾਬ ਜੀਕੇ ਐਂਡ ਪੰਜਾਬੀ ਗ੍ਰਾਮਰ ਦੀ। ਠੀਕ ਹੈ ਜੀ, ਕਿਉਂਕਿ ਜਿਹੜਾ ਪੰਜਾਬੀ ਗ੍ਰਾਮਰ ਦਾ ਕੁਐਸਚਨ ਹੈਗਾ ਉਹ ਈਜੀ ਬਹੁਤ ਹੈਗਾ। ਠੀਕ ਹੈ, ਕਿਉਂਕਿ ਉਸਦੇ ਤੁਸੀਂ ਆਪ ਜਦੋਂ ਐਗਜ਼ਾਮ 'ਚ ਜਾਓਗੇ ਤੁਹਾਨੂੰ ਪਤਾ ਲੱਗੇਗਾ, ਕਿਉਂਕਿ ਪੰਜਾਬੀ ਗ੍ਰਾਮਰ ਦੇ ਪ੍ਰਸ਼ਨ ਬਹੁਤ ਸੌਖੇ ਹੁੰਦੇ ਨੇ। ਠੀਕ ਹੈ, ਤਾਂ ਅਸੀਂ ਤੁਹਾਡੇ ਲਈ ਡੇਲੀ ਮੌਕ ਟੈਸਟ ਲਿਆ ਰਹੇ ਸੀ, ਬਟ ਬਹੁਤ ਸਾਰੇ ਕਮੈਂਟਸ ਆ ਰਹੇ ਸਨ ਕਿ ਪ੍ਰਸ਼ਨ ਬਹੁਤ ਈਜੀ ਹਨ। ਠੀਕ ਹੈ ਜੀ, ਕਿਉਂਕਿ ਪੰਜਾਬ ਜੀਕੇ ਪੰਜਾਬੀ ਗ੍ਰਾਮਰ ਹਰ ਜਿੰਨੇ ਵੀ ਸਟੂਡੈਂਟ ਹਨ, ਪੰਜਾਬ ਦੇ ਹਰ ਦਾ ਬੈਕਗਰਾਊਂਡ ਹੈਗਾ। ਠੀਕ ਹੈ, ਉਹਨਾਂ ਨੂੰ ਈਜੀ ਲੱਗਦੀ ਹੈ। ਸੋ ਤੁਹਾਡੇ ਕਮੈਂਟਸ ਆ ਰਹੇ ਸਨ ਕਿ ਕਰੰਟ ਅਫੇਅਰ ਵੀ ਸਟਾਰਟ ਕੀਤੇ ਜਾਣ, ਤਾਂ ਆਪਾਂ ਕਰੰਟ ਅਫੇਅਰ ਦੀਆਂ ਕਲਾਸਿਸ ਲੈ ਲਈਆਂ, ਕਿਉਂਕਿ ਤੁਹਾਨੂੰ ਇੰਜ ਲੱਗ ਰਿਹਾ ਸੀ ਵੀ ਉਹ ਕਲਾਸਿਸ ਥੋੜ੍ਹੀਆਂ ਈਜ਼ੀ ਹਨ, ਪ੍ਰਸ਼ਨ ਈਜ਼ੀ ਹਨ, ਤਾਂ ਸਾਨੂੰ ਵੀ ਲੱਗਿਆ ਅਸੀਂ ਸੋ ਕਰੰਟ ਅਫੇਅਰ ਸਟਾਰਟ ਕਰ ਦਿੱਤੇ ਹਨ। ਠੀਕ ਹੈ, ਕਿਉਂਕਿ ਕਰੰਟ ਅਫੇਅਰ ਦੀ ਵੇਟਸ ਵੀ ਅੱਜ ਕੱਲ੍ਹ ਜੀਕੇ ਦੇ ਵਿੱਚ ਬਹੁਤ ਜ਼ਿਆਦਾ ਆਉਣ ਲੱਗ ਗਈ ਹੈ। ਠੀਕ ਹੈ, ਹੁਣ ਆਪਾਂ ਜਿਹੜੀ ਮਈ ਦੇ ਪਾਰਟ ਤੁਹਾਡੇ ਨਾਲ ਲੈ ਕੇ ਆਵਾਂਗੇ, ਮਈ ਮਹੀਨੇ ਦੇ, ਉਸ ਦਾ ਆਪਾਂ ਅੱਜ ਪਹਿਲਾ ਪਾਰਟ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। ਸੋ ਸਪੈਸ਼ਲੀ ਕਲਾਸਿਸ ਹਨ NTT 8393 ਪੋਸਟ ਐਗਜ਼ਾਮ ਲਈ। ਠੀਕ ਹੈ ਜੀ, ਕਰੰਟ ਅਫੇਅਰ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ, ਕਿਉਂਕਿ ਹਰ ਐਗਜ਼ਾਮ 'ਚ ਕਰੰਟ ਅਫੇਅਰ ਬਹੁਤ ਜ਼ਿਆਦਾ ਆਉਂਦੇ ਹਨ। ਸੋ ਅੱਜ ਦੀ ਕਲਾਸ ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹੇਗੀ, ਕਿਉਂਕਿ ਆਪਾਂ ਕਰੰਟ ਅਫੇਅਰ ਪਹਿਲੀ ਗੱਲ ਇਹ ਪੰਜਾਬੀ ਲੈਂਗੁਏਜ ਦੇ ਵਿੱਚ ਰਹੇ ਹਨ, ਕਿਉਂਕਿ ਤੁਹਾਡੇ ਕਮੈਂਟਸ ਫੇਰ ਆਉਣਗੇ ਵੀ ਪੰਜਾਬੀ ਲੈਂਗੁਏਜ ਵਿੱਚ ਨਹੀਂ ਹਨ। ਠੀਕ ਹੈ, ਸੋ ਅਸੀਂ ਆਪਣੇ ਵੱਲੋਂ ਜੋ ਵੀ ਤੁਹਾਨੂੰ ਕੰਟੈਂਟ ਹੈ ਸਭ ਤੋਂ ਵਧੀਆ ਦੇਣ ਦਾ ਐਫਰਟਸ ਕਰਦੇ ਹਾਂਗੇ। ਸੋ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਸਾਡੀਆਂ ਕਲਾਸਿਸ ਵਧੀਆ ਲੱਗਦੀਆਂ ਹਨ, ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਕਰੋ ਜੀ। ਸੋ ਅੱਜ ਦਾ ਪ੍ਰਸ਼ਨ ਨੰਬਰ 1 ਹੈ ਜੀ, ਤੌਕਤੇ ਸਾਈਕਲੋਨ। ਠੀਕ ਹੈ, ਤੁਹਾਨੂੰ ਪਤਾ ਹੈਗਾ ਕੁਝ ਦਿਨ ਪਹਿਲਾਂ ਜਿਹੜਾ ਤੌਕਤੇ ਚੱਕਰਵਾਤ ਆਇਆ ਸੀਗਾ, ਤੁਸੀਂ ਨਿਊਜ਼ ਦੇ ਵਿੱਚ ਵੀ ਇਸ ਨੂੰ ਦੇਖਿਆ ਹੋਵੇਗਾ। ਠੀਕ ਹੈ, ਤਾਂ ਤੌਕਤੇ ਚੱਕਰਵਾਤ ਨੇ ਕਿਸ ਦੇਸ਼ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ? ਮੋਸਟ ਇੰਪੋਰਟੈਂਟ ਪ੍ਰਸ਼ਨ ਹੈਗਾ ਜੀ। ਠੀਕ ਹੈ, ਜਿਹੜਾ ਤੌਕਤੇ ਚੱਕਰਵਾਤ ਆਇਆ ਸੀਗਾ, ਇਸ ਨੇ ਕਿਸ ਦੇਸ਼ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ? ਜੇਕਰ ਤੁਹਾਨੂੰ ਪਤਾ ਹੈ ਲਾਈਵ ਚੈਟ ਵਿੱਚ ਆਨਸਰ ਦੱਸੋ ਜੀ। ਤੌਕਤੇ ਚੱਕਰਵਾਤ ਨੇ ਕਿਸ ਦੇਸ਼ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ? ਤਾਂ ਇਹ ਪ੍ਰਭਾਵਿਤ ਕੀਤਾ ਜੀ ਇੰਡੀਆ ਨੂੰ। ਠੀਕ ਹੈ, ਇੰਡੀਆ ਨੂੰ ਤੌਕਤੇ ਚੱਕਰਵਾਤ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈਗਾ। ਠੀਕ ਹੈ, ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਜੀ, ਐਗਜ਼ਾਮ ਦੇ ਵਿੱਚ ਆ ਸਕਦਾ ਹੈਗਾ। ਠੀਕ ਹੈ, ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ। ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਮੀਨਸ ਭਾਰਤੀ ਮੌਸਮ ਵਿਗਿਆਨ ਜਿਹੜਾ। ਠੀਕ ਹੈ, ਇਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ ਜੀ? ਇਸ ਦਾ ਹੈੱਡਕੁਆਟਰ ਹੈ ਜੀ ਨਿਊ ਦਿੱਲੀ ਵਿਖੇ। ਇਸ ਦਾ ਹੈੱਡਕੁਆਟਰ ਕਿੱਥੇ ਹੈ ਜੀ? ਨਿਊ ਦਿੱਲੀ ਵਿਖੇ। ਠੀਕ ਹੈ, ਇਹ ਵੀ ਯਾਦ ਰੱਖਣਾ। ਸੋ ਨੈਕਸਟ ਪ੍ਰਸ਼ਨ ਹੈ ਜੀ, ਪ੍ਰਸ਼ਨ ਨੰਬਰ 2 ਹੈ, ਦੁਸ਼ਮਣਾਂ ਦੇ ਮਿਜ਼ਾਈਲ ਨੂੰ ਹਵਾ ਵਿੱਚ ਖਤਮ ਕਰਨ ਵਾਲਾ ਐਰਨ ਡੋਮ ਸਿਸਟਮ ਕਿਸ ਦੇਸ਼ ਨੇ ਬਣਾਇਆ ਹੈ? ਠੀਕ ਹੈ, ਜਿਹੜਾ ਮੰਨ ਕੇ ਚੱਲ ਵੀ ਦੁਸ਼ਮਣ ਕੋਈ ਅਟੈਕ ਕਰਦਾ ਹੈਗਾ ਮਿਜ਼ਾਈਲ ਰਾਹੀਂ, ਤਾਂ ਉਹਨਾਂ ਨੂੰ ਖਤਮ ਕਰਨ ਲਈ ਐਰਨ ਡੋਮ ਸਿਸਟਮ ਕਿਸ ਦੇਸ਼ ਨੇ ਬਣਾਇਆ ਹੈ? ਸੋ ਇਹ ਬਣਾਇਆ ਜੀ ਇਜ਼ਰਾਈਲ ਨੇ। ਠੀਕ ਹੈ, ਕਿਸ ਦੇਸ਼ ਨੇ ਬਣਾਇਆ ਹੈ? ਇਹ ਬਣਾਇਆ ਜੀ ਇਜ਼ਰਾਈਲ ਦੇਸ਼ ਨੇ। ਇੰਪੋਰਟੈਂਟ ਪ੍ਰਸ਼ਨ ਹੈਗਾ। ਠੀਕ ਹੈ, ਕੁਝ ਦਿਨ ਪਹਿਲਾਂ ਕਰੰਟ ਅਫੇਅਰ ਵਿੱਚ ਆਇਆ ਸੀਗਾ ਕਿ ਭਾਰਤ ਨੇ ਕਿਸ ਦੇਸ਼ ਤੋਂ ਡਰੋਨ ਜਿਹੜੇ ਪਰਚੇਜ ਕੀਤੇ ਹਨ, ਉਹ ਵੀ ਇਜ਼ਰਾਈਲ ਤੋਂ ਕੀਤੇ ਹਨ। ਠੀਕ ਹੈ, ਯਾਦ ਰੱਖਣਾ, ਐਰਨ ਡੋਮ ਸਿਸਟਮ ਕਿਸ ਦੇਸ਼ ਨੇ ਬਣਾਇਆ ਜੀ? ਇਜ਼ਰਾਈਲ ਨੇ। ਠੀਕ ਹੈ, ਤੁਹਾਨੂੰ ਪਤਾ ਹੈਗਾ, ਤੁਸੀਂ ਨਿਊਜ਼ ਵਿੱਚ ਦੇਖਿਆ ਵੀ ਹੋਵੇਗਾ ਕਿ ਇਜ਼ਰਾਈਲ ਕੰਟਰੀ ਐਂਡ ਜਿਹੜਾ ਉੱਥੇ ਜੈਰੂਸਲਮ ਸੀਗਾ, ਇਸ ਵਿੱਚ ਜਿਹੜਾ ਵਿਵਾਦ ਹੋ ਗਿਆ ਹੈ। ਠੀਕ ਹੈ, ਫਿਲਿਸਤੀਨੀਆਂ ਅਤੇ ਇਜ਼ਰਾਈਲੀਆਂ ਦੇ ਵਿੱਚ। ਠੀਕ ਹੈ, ਅਤੇ ਇਸ ਸਾਈਡ ਪੈਂਦਾ ਜੀ ਗਾਜ਼ਾ ਪੱਟੀ। ਇਸ ਸਾਈਡ ਪੈਂਦੀ ਹੈ ਗਾਜ਼ਾ ਪੱਟੀ ਜਿਹੜੀ ਅਟੈਕ ਕਰ ਰਹੀ ਹੈ। ਠੀਕ ਹੈ, ਮਿਜ਼ਾਈਲ ਛੱਡ ਰਹੀ ਹੈ, ਬਟ ਇਜ਼ਰਾਈਲ ਦਾ ਜਿਹੜਾ ਡਰੋਨ ਸਿਸਟਮ ਹੈਗਾ ਉਹ ਬਹੁਤ ਤਕੜਾ ਹੈਗਾ। ਠੀਕ ਹੈ, ਇਜ਼ਰਾਈਲ ਦਾ ਜਿਹੜਾ ਡਰੋਨ ਸਿਸਟਮ ਹੈਗਾ ਉਹ ਬਹੁਤ ਤਕੜਾ ਹੈਗਾ। ਉਹ ਜਿਹੜੇ ਗਾਜ਼ਾ ਪੱਟੀ ਵੱਲੋਂ ਜਿਹੜੀਆਂ ਵੀ ਉਹਨਾਂ ਦੁਆਰਾ ਮਿਜ਼ਾਈਲਾਂ ਛੱਡੀਆਂ ਜਾਂਦੀਆਂ ਨੇ, ਉਹਨਾਂ ਨੂੰ ਹਵਾ ਵਿੱਚ ਹੀ ਖਤਮ ਕਰ ਦਿੰਦਾ ਹੈਗਾ। ਠੀਕ ਹੈ, ਯਾਦ ਰੱਖਣਾ, ਜਿਹੜਾ ਆਪਣਾ ਸਿਸਟਮ ਹੈਗਾ ਡਰੋਨ ਸਿਸਟਮ, ਇਹ ਸਭ ਤੋਂ ਤਕੜਾ ਇਜ਼ਰਾਈਲ ਦਾ ਹੈਗਾ। ਠੀਕ ਹੈ, ਸੋ ਪ੍ਰਸ਼ਨ ਨੰਬਰ 3 ਕਰਦੇ ਹਾਂ ਜੀ। ਪ੍ਰਸ਼ਨ ਨੰਬਰ 3 ਹੈ ਜੀ, ਸਿੰਥੈਟਿਕ ਹੈਂਪ। ਠੀਕ ਹੈ, ਇਸ ਨੂੰ ਗਾਂਜਾ ਵੀ ਕਿਹਾ ਜਾਂਦਾ ਹੈਗਾ, ਸਿੰਥੈਟਿਕ ਹੈਂਪ। ਠੀਕ ਹੈ, ਨੂੰ ਕਿਸ ਦੇਸ਼ ਨੇ ਬੈਨ ਕੀਤਾ ਹੈ? ਠੀਕ ਹੈ, ਪਹਿਲੀ ਗੱਲ ਤਾਂ ਇਹ ਯਾਦ ਰੱਖਣਾ, ਜਿਹੜਾ ਸਿੰਥੈਟਿਕ ਹੈਂਪ ਹੈਗਾ, ਇਸ ਨੂੰ ਪਹਿਲੀ ਵਾਰੀ ਬੈਨ ਕੀਤਾ ਹੈ, ਕੰਟਰੀ ਬਣੀ ਹੈ ਫਸਟ ਟਾਈਮ ਬੈਨ ਕਿਸ ਕੰਟਰੀ ਨੇ ਕੀਤਾ? ਫਸਟ ਟਾਈਮ ਬੈਨ ਕਿਸ ਕੰਟਰੀ ਨੇ ਕੀਤਾ ਹੈ? ਇੰਪੋਰਟੈਂਟ ਪ੍ਰਸ਼ਨ ਹੈ ਜੀ, ਤੁਹਾਡੇ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ। ਤਾਂ ਇਹ ਕੀਤਾ ਹੈ ਜੀ ਚਾਈਨਾ ਨੇ। ਠੀਕ ਹੈ, ਚਾਈਨਾ ਨੇ ਸਭ ਤੋਂ ਪਹਿਲਾਂ ਸਿੰਥੈਟਿਕ ਗਾਂਜੇ ਨੂੰ ਸਭ ਤੋਂ ਪਹਿਲਾਂ ਜਿਹੜਾ ਬੈਨ ਕੀਤਾ ਹੈਗਾ ਉਹ ਚਾਈਨਾ ਕੰਟਰੀ ਨੇ ਕੀਤਾ ਹੈਗਾ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਚਾਈਨਾ ਦੀ ਕੈਪੀਟਲ ਕੀ ਹੈ ਜੀ? ਚਾਈਨਾ ਦੀ ਕੈਪੀਟਲ ਹੈ
ਬੀजिंग, ठीक है ਬੀजिंग। ਇਸ ਤੋਂ ਇਲਾਵਾ ਜਿਹੜਾ ਕੋਵਿਡ-19 ਵਾਇਰਸ ਸੀਗਾ, ਕੋਵਿਡ-19 ਵਾਇਰਸ ਸੀਗਾ, ਇਹ ਚਾਈਨਾ ਦੇ ਕਿਸ ਪ੍ਰਾਂਤ ਤੋਂ ਸ਼ੁਰੂ ਹੋਇਆ ਸੀ? ਕਿਹੜੇ ਪ੍ਰਾਂਤ ਤੋਂ ਸ਼ੁਰੂ ਹੋਇਆ ਸੀ, ਕਿਹੜੇ ਸ਼ਹਿਰ ਤੋਂ ਸ਼ੁਰੂ ਹੋਇਆ ਸੀ? ਇਹ ਸ਼ੁਰੂ ਹੋਇਆ ਸੀ ਜੀ ਵੁਹਾਨ ਸ਼ਹਿਰ। ਇਸ ਕਰਕੇ ਇਸ ਨੂੰ ਵੁਹਾਨ ਵਾਇਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਠੀਕ ਹੈ। ਸੋ ਨੈਕਸਟ ਪ੍ਰਸ਼ਨ ਹੈ ਜੀ, ਪ੍ਰਸ਼ਨ ਨੰਬਰ 4, ਹਾਲ ਦੇ ਵਿੱਚ ਚਰਚਾ ਵਿੱਚ ਰੈਟ ਰੇਨ ਘਟਨਾ ਕਿਸ ਦੇਸ਼ ਵਿੱਚ ਵਾਪਰੀ ਹੈ? ਇੰਪੋਰਟੈਂਟ ਪ੍ਰਸ਼ਨ ਹੈ ਜੀ, ਠੀਕ ਹੈ। ਹੁਣ ਬਹੁਤ ਸਾਰੇ ਸਟੂਡੈਂਟ ਕਨਫਿਊਜ਼ ਹੋਣਗੇ ਵੀ ਰੈਟ ਰੇਨ ਇਹ ਕੀ ਹੈ? ਇਸ ਨੂੰ ਪਹਿਲੀ ਗੱਲ ਤਾਂ ਮਾਈਸ ਰੇਨ ਵੀ ਆ ਸਕਦਾ ਹੈ, ਤੁਹਾਡੇ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਮਾਈਸ ਰੇਨ, ਠੀਕ ਹੈ। ਰੈਟ ਰੇਨ ਤਾਂ ਇਹ ਕੀ ਹੈ? ਮਤਲਬ ਜਿਹੜਾ ਆਪਣਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਵਾਪਰੀ ਹੈ ਜੀ ਆਸਟ੍ਰੇਲੀਆ ਕੰਟਰੀ ਵਿੱਚ। ਕਿਸ ਕੰਟਰੀ ਵਿੱਚ? ਆਸਟ੍ਰੇਲੀਆ, ਠੀਕ ਹੈ। ਆਸਟ੍ਰੇਲੀਆ ਕੰਟਰੀ ਵਿੱਚ ਵਾਪਰੀ ਹੈ ਰੈਟ ਰੇਨ, ਕਿਉਂਕਿ ਉੱਥੇ ਚੂਹੇ ਇੰਨੇ ਜ਼ਿਆਦਾ ਹੋ ਗਏ ਹਨ, ਲੋਕਾਂ ਤੇ ਅਟੈਕ ਕਰ ਰਹੇ ਹਨ। ਦੇਖੋ ਜੀ ਕਿੰਨੀ ਹੈ ਨਾ ਕਮਾਲ ਦੀ ਗੱਲ ਹੈ, ਜਿਹੜਾ ਆਸਟ੍ਰੇਲੀਆ ਦੇਸ਼ ਹੈਗਾ ਉੱਥੇ ਰੈਟ ਰੇਨ ਹੋ ਰਹੀ ਹੈ, ਮਤਲਬ ਉੱਥੇ ਚੂਹੇ ਇੰਨੇ ਜ਼ਿਆਦਾ ਹੋ ਗਏ ਹਨ ਲੋਕਾਂ ਤੇ ਜਿਹੜੇ ਅਟੈਕ ਕਰ ਰਹੇ ਹਨ, ਜਿਸ ਕਰਕੇ ਕੀ ਹੋਏਗਾ ਉੱਥੇ ਜਿਹੜਾ ਨਿਊ ਸਾਊਥ ਵੇਲਜ਼, ਠੀਕ ਹੈ, ਇੱਕ ਸ਼ਹਿਰ ਹੈਗਾ ਨਿਊ ਸਾਊਥ ਵੇਲਜ਼, ਇਸ ਸ਼ਹਿਰ ਦੇ ਵਿੱਚ ਪਲੇਗ ਫੈਲ ਚੁੱਕਿਆ ਹੈ, ਠੀਕ ਹੈ। ਜਿਸ ਕਰਕੇ ਜਿਹੜਾ ਰੈਟ ਰੇਨ ਹੈਗਾ ਇਹ ਕਿੱਥੇ ਹੋਈ ਹੈ, ਕਿਸ ਦੇਸ਼ ਵਿੱਚ ਇਹ ਘਟਨਾ ਵਾਪਰੀ ਹੈ? ਇਹ ਘਟਨਾ ਵਾਪਰੀ ਹੈ ਜੀ ਆਸਟ੍ਰੇਲੀਆ ਦੇ ਵਿੱਚ, ਠੀਕ ਹੈ। ਆਸਟ੍ਰੇਲੀਆ ਦੀ ਕੈਪੀਟਲ ਕੀ ਹੈ ਜੀ? ਕੈਨਬਰਾ। ਆਸਟ੍ਰੇਲੀਆ ਦੀ ਕੈਪੀਟਲ ਕੀ ਹੈ ਜੀ? ਕੈਨਬਰਾ, ਠੀਕ ਹੈ ਜੀ। ਸੋ ਇਹ ਵੀ ਤੁਸੀਂ ਸਾਰਿਆਂ ਨੇ ਯਾਦ ਰੱਖਣਾ, ਇੰਪੋਰਟੈਂਟ ਪ੍ਰਸ਼ਨ ਹੈਗਾ। ਸੋ ਪ੍ਰਸ਼ਨ ਨੰਬਰ 5 ਹੈ, ਮਾਰੂਗਾਮ ਕਰੋਨਾ ਮੁਕਤ ਗਾਮ ਕਿਸ ਰਾਜ ਨੇ ਸ਼ੁਰੂ ਕੀਤਾ ਹੈ? ਇੱਕ ਪਹਿਲ ਹੈਗੀ, ਠੀਕ ਹੈ, ਕੰਪੇਨ ਹੈਗਾ। ਇਹ ਕਿਸ ਰਾਜ ਨੇ ਸ਼ੁਰੂ ਕੀਤਾ? ਕਿਹੜਾ ਕੰਪੇਨ ਜੀ? ਮਾਰੂਗਾਮ ਕਰੋਨਾ ਮੁਕਤ ਗਾਮ, ਠੀਕ ਹੈ। ਇਹ ਸਟਾਰਟ ਕੀਤਾ ਹੈ ਜੀ ਗੁਜਰਾਤ ਸਟੇਟ ਦੁਆਰਾ ਇਹ ਸਟਾਰਟ ਕੀਤਾ ਗਿਆ ਮਾਰੂਗਾਮ ਕਰੋਨਾ ਮੁਕਤ ਗਾਮ, ਠੀਕ ਹੈ। ਤਾਂ ਗੁਜਰਾਤ ਦੀ ਕੈਪੀਟਲ ਕੀ ਹੈ ਜੀ? ਗੁਜਰਾਤ ਦੀ ਕੈਪੀਟਲ ਹੈ ਗਾਂਧੀਨਗਰ। ਗੁਜਰਾਤ ਦੀ ਕੈਪੀਟਲ ਕੀ ਹੈ? ਗਾਂਧੀਨਗਰ, ਠੀਕ ਹੈ ਜੀ, ਇਹ ਵੀ ਯਾਦ ਰੱਖਣਾ। ਸੋ ਇਹ ਜਿਹੜਾ ਅਭਿਆਨ ਹੈਗਾ ਇਹ ਸਟਾਰਟ ਕੀਤਾ ਗਿਆ ਜੀ ਕਰੋਨਾ ਦੇ ਕੇਸ ਜਿਹੜੇ ਲਗਾਤਾਰ ਵਧ ਰਹੇ ਹਨ, ਠੀਕ ਹੈ, ਉਹਨਾਂ ਨੂੰ ਕੰਟਰੋਲ ਕਰਨ ਲਈ, ਠੀਕ ਹੈ। ਕਰੋਨਾ ਮੁਕਤ ਜਿਹੜਾ ਅਭਿਆਨ ਹੈਗਾ ਸਟਾਰਟ ਕੀਤਾ ਗਿਆ ਮਾਰੂਗਾਮ ਕਰੋਨਾ ਮੁਕਤ ਗਾਮ, ਠੀਕ ਹੈ। ਸੋ ਪ੍ਰਸ਼ਨ ਨੰਬਰ 6 ਹੈ ਜੀ, AIB, ਇੰਪੋਰਟੈਂਟ ਪ੍ਰਸ਼ਨ ਹੈ ਜੀ, ਮੋਸਟ ਇੰਪੋਰਟੈਂਟ ਪ੍ਰਸ਼ਨ ਹੈਗਾ। AIB ਮੈਨਸ ਵਰਲਡ ਬਾਕਸਿੰਗ ਚੈਂਪੀਅਨਸ਼ਿਪ 2021 ਹੈਲਡ। ਜਿਹੜੀ AIB ਹੈ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ, ਠੀਕ ਹੈ, ਇਹਨਾਂ ਦੁਆਰਾ ਜਿਹੜਾ ਬਾਕਸਿੰਗ ਚੈਂਪੀਅਨਸ਼ਿਪ ਕਿੱਥੇ ਹੈਲਡ ਕਰਵਾਈ ਗਈ 2021 ਵਿੱਚ, ਠੀਕ ਹੈ। ਇੰਪੋਰਟੈਂਟ ਪ੍ਰਸ਼ਨ ਹੈ ਜੀ, ਤੁਹਾਨੂੰ ਐਗਜ਼ਾਮ 'ਚ ਪੁੱਛਿਆ ਜਾ ਸਕਦਾ ਹੈ। ਇਹ ਕਰਵਾਈ ਗਈ ਹੈ ਜੀ ਸਰਬੀਆ ਦੇਸ਼ ਵਿੱਚ, ਠੀਕ ਹੈ। ਕਿੱਥੇ ਹੈਲਡ ਹੋਈ ਹੈ? ਸਰਬੀਆ ਦੇਸ਼ ਵਿੱਚ। ਹੁਣ ਤੁਹਾਨੂੰ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ, ਠੀਕ ਹੈ, ਇਸ ਦਾ ਇਹ ਕਿੰਨੇ ਵਿੱਚ ਬਣੀ? ਇਹ ਬਣੀ ਸੀ ਜੀ 1946 ਵਿੱਚ, ਠੀਕ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਦਾ ਹੈੱਡਕੁਆਟਰ ਕਿੱਥੇ ਹੈ? AIB ਦਾ ਹੈੱਡਕੁਆਟਰ ਕਿੱਥੇ ਹੈਗਾ? ਇਹ ਹੈ ਜੀ ਲੁਸਾਨੇ। ਕਿੱਥੇ ਹੈ ਜੀ? ਲੁਸਾਨੇ, ਸਵਿਟਜ਼ਰਲੈਂਡ ਵਿੱਚ, ਠੀਕ ਹੈ। ਲੁਸਾਨੇ ਕਿੱਥੇ ਪੈਂਦਾ ਹੈਗਾ? ਸਵਿਟਜ਼ਰਲੈਂਡ ਵਿੱਚ, ਠੀਕ ਹੈ, ਇਹ ਵੀ ਯਾਦ ਰੱਖਣਾ। ਮੋਸਟ ਇੰਪੋਰਟੈਂਟ ਪ੍ਰਸ਼ਨ ਹੈ ਜੀ, ਕਿੱਥੇ ਹੋਈ ਹੈ? ਸਰਬੀਆ ਵਿੱਚ। AIB ਮੈਨਸ ਵਰਲਡ ਬਾਕਸਿੰਗ ਚੈਂਪੀਅਨਸ਼ਿਪ। ਪ੍ਰਸ਼ਨ ਨੰਬਰ 7 ਹੈ ਜੀ, ਮੋਸਟ ਇੰਪੋਰਟੈਂਟ ਪ੍ਰਸ਼ਨ ਹੈਗਾ, ਆਪਾਂ ਸਾਰੇ ਪ੍ਰਸ਼ਨ ਤੁਹਾਡੇ ਲਈ ਇੰਪੋਰਟੈਂਟ ਲਏ ਹਨ। ਮਿਸ ਯੂਨੀਵਰਸ 2020 ਖਿਤਾਬ ਕਿਸ ਨੇ ਜਿੱਤਿਆ? ਮਿਸ ਯੂਨੀਵਰਸ, ਕਿਉਂਕਿ ਤੁਹਾਨੂੰ ਪਤਾ ਜਿਹੜਾ 2020 ਦਾ ਖਿਤਾਬ ਹੈ ਉਹ 2020 ਦੇ ਐਂਡ ਵਿੱਚ ਜਾਂ 21 ਦੇ ਸਟਾਰਟਿੰਗ ਵਿੱਚ ਮਿਲਦਾ ਹੈ। ਤਾਂ ਜਿਹੜਾ ਮਿਸ ਯੂਨੀਵਰਸ 2020 ਦਾ ਖਿਤਾਬ ਹੈਗਾ ਇਹ ਕਿਸ ਨੇ ਜਿੱਤਿਆ ਜੀ? ਇਹ ਜਿੱਤਿਆ ਐਂਡਰਾ ਮੇਜਾ, ਠੀਕ ਹੈ, ਇਹ ਯਾਦ ਰੱਖਣਾ। ਇਹ ਜਿੱਤਿਆ ਜੀ ਐਂਡਰਾ ਮੇਜਾ, ਠੀਕ ਹੈ, ਐਂਡਰਾ ਮੇਜਾ ਨੇ 2020 ਦਾ ਮਿਸ ਯੂਨੀਵਰਸ ਖਿਤਾਬ ਜਿੱਤਿਆ ਗਾ। ਸੋ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ, ਪਹਿਲੀ ਵਾਰ 2020 ਵਿੱਚ ਜਿਹੜਾ ਇਹ ਰੱਦ ਹੋ ਗਿਆ ਸੀਗਾ, ਕੋਵਿਡ-19 ਕਰਕੇ 2020 ਵਿੱਚ ਇਹ ਰੱਦ ਹੋ ਗਿਆ ਸੀਗਾ, ਠੀਕ ਹੈ ਜੀ। ਸੋ ਇੰਪੋਰਟੈਂਟ ਹੈਗਾ, ਯਾਦ ਰੱਖਣਾ। ਪ੍ਰਸ਼ਨ ਨੰਬਰ 8 ਹੈ, ਪ੍ਰਸ਼ਨ ਨੰਬਰ 8, ਭਾਰਤੀ ਰੇਲਵੇ ਨੇ 5 ਸਾਲਾਂ ਵਿੱਚ ਕਿੰਨੇ ਰੇਲਵੇ ਸਟੇਸ਼ਨਾਂ ਤੇ ਵਾਈਫਾਈ ਸੇਵਾ ਸ਼ੁਰੂ ਕੀਤੀ ਹੈ? ਠੀਕ ਹੈ, ਜਿਹੜੀ ਇੰਡੀਅਨ ਰੇਲਵੇ ਹੈ ਉਹਨਾਂ ਨੇ ਕਿੰਨੇ ਜਿਹੜੇ ਸਟੇਸ਼ਨ ਨੇ, ਰੇਲਵੇ ਸਟੇਸ਼ਨ ਨੇ ਵਾਈਫਾਈ
सेवा जी शुरू की है, ये की है जी 5000, ठीक है 5000 रेलवे स्टेशनों पर वाईफाई सेवा शुरू हो चुकी हैगी, ठीक है। इस की गई है जी इंडियन रेलवे द्वारा, ठीक है। सो अपने रेलवे मंत्री कौन हैं जी, ये हैं पीयूष गोयल। कौन हैं जी रेलवे मंत्री, ये हैं जी पीयूष गोयल, ठीक है। इंपॉर्टेंट है, याद रखना प्रश्न। सो प्रश्न नंबर 9 है, ठीक है। किस देश विच मनुख के आकार का डड्डू मिले है, मनुख के आकार का फरोग मिले है, डड्डू मिले है। इंपॉर्टेंट प्रश्न है जी, ये याद रखना। ये मिले जी सोलोमन आईलैंड च, सोलोमन आईलैंड च, ठीक है। जो डड्डू मिले बहुत बड़ा आकार है, ह्यूमन साइज जोड़ा इसका आकार हैगा, ये मिले जी सोलोमन आईलैंड च। सो ये मनुख के आकार का डड्डू है, ठीक है जी। नैक्सट प्रश्न है जी प्रश्न नंबर 10, आशु घर द्वार प्रोग्राम, ठीक है। ये स्टार्ट किस दे द्वारा किया गया, आशु घर द्वार प्रोग्राम ये किहड़ी स्टेट द्वारा चलाया गया, ये चलाया गया जी हिमाचल प्रदेश द्वारा, ठीक है। हिमाचल प्रदेश द्वारा जी योजना स्टार्ट की गई है, किहड़ी योजना जी, आशु घर द्वार योजना, ठीक है। इस योजना के अंडर कोविड-19 के जोड़े रोगियों का इलाज किया जाएगा, कोविड-19 नाल अफेक्टेड रोगी ने जोड़े उन्होंने इलाज किया जाएगा। सो जोड़ा ये अभियान है, कंपेन है आशु घर द्वार योजना, हिमाचल प्रदेश गौरमेंट ने आर्ट ऑफ लिविंग आर्ट ऑफ लिविंग ऑर्गेनाइजेशन नाल मिलके जोड़ा चलाया गया, आर्ट ऑफ लिविंग ऑर्गेनाइजेशन नाल जोड़ा मिलके ये प्रोग्राम चलाया गया। इंपॉर्टेंट प्रश्न है जी, ठीक है। इस तो इलावा तुहानूं पता होना चाहिए 17 मई नूं, ठीक है 17 तुहानूं जिहड़े डेज ने वो अलग ही करवा देवांगा मैं, ठीक है। एक जिहड़े तुहानूं इकट्ठे डे मई दे ने सारे इकट्ठे अलग करा देवांगा, इत्थे नहीं मैं तुहानूं कन्फ्यूज करदा, ठीक है। सो नैक्सट प्रश्न है जी प्रश्न नंबर 11 हैगा, नेपाल के प्रधानमंत्री किसनों चुनिया गया है। पहली गल तो तुहानूं ये पता होना चाहिए जिहड़े पहलां वाले प्रधानमंत्री वो भी हुणी ने चुने गए हैं, ठीक है। उन्हां विरुद्ध जिहड़ा मता पास हो गया सीगा, बट उन्हां विरुद्ध जिहड़ा दोबारा उन्होंने वो विश्वास है मत उन्होंने दोबारा मिल गया है, पहला उन्होंने विरुद्ध अविश्वास का मता पास हो गया सीगा। सो मुड़ तो बने ने री अपॉइंट हुए ने, कौन बने ने प्रधानमंत्री प्राइम मिनिस्टर, ये बने ने KP शर्मा ओली, KP शर्मा ओली, ठीक है। ये कित्थों के बने ने, ये बने ने नेपाल के प्रधानमंत्री बने ने, प्राइम मिनिस्टर बने ने, ठीक है। नेपाल की कैपिटल की है जी, नेपाल की कैपिटल है काठमांडू, ठीक है। काठमांडू विच हैडकुआटर है किसदा, सार्क का, सार्क का हैडकुआटर कित्थे है जी, काठमांडू विच। सार्क के किन्ने काउंट्री देश मैंबर हैं जी, 8 काउंट्री देश मैंबर हैं, ठीक है जी। इस तो इलावा नेपाल की कैपिटल की है जी, नेपाली रुपया, नेपाल की कैपिटल की है जी नेपाली रुपया, ठीक है, ये भी याद रखना। सो नैक्सट अपना प्रश्न है जी प्रश्न नंबर 12, अजंता नियोग, अजंता नियोग ये नेम इंपॉर्टेंट बनता है जी, अजंता नियोग इंपॉर्टेंट नेम है, याद रखना। किस राज की पहली महिला वित्त मंत्री बनी है, पहली महिला वित्त मंत्री बनी है, ठीक है। किस राज की बनी है जी अजंता नियोग, ये बनी है जी असम राज की, असम राज की जी पहली महिला वित्त मंत्री बनी है वो बनी है जी अजंता नियोग, ठीक है। असम की कैपिटल की है जी दिसपुर, ठीक है, असम की कैपिटल है जी दिसपुर, ठीक है, ये भी याद रखना। सो प्रश्न नंबर 13 जी आटोमैटिक मोटरवेज, आटोमैटिक मोटरवेज। सो आटोमैटिक मोटरवेज इसका मतलब की है जी, देखो जिहड़ा अपना यूके कंट्री है यूनाइटेड किंगडम, ठीक है, यूनाइटेड किंगडम यूके कंट्री ने जी कानूनी मानता दे दी है, किसनूं कानूनी मानता दे दी है ड्राइवरलैस कार्स, ड्राइवरलैस कार जिहड़ियां रोड द्वारा चलणगियां वो आटोमैटिक मोटरवेज जिहड़ी उसनूं कानूनी मानता मिल गई है, किहड़े देश द्वारा मिल गई है जी, यूके द्वारा, यूनाइटेड किंगडम द्वारा, ठीक है। इंपॉर्टेंट प्रश्न है जी। सो जिहड़ियां ये कार ने ये 60 किलोमीटर प्रति घंटा की रफ्तार नाल चलणगियां, ड्राइवरलैस कार 60 किलोमीटर प्रति घंटा की रफ्तार नाल चलणगियां। सो हुण गल हो रही है जी यूके की। सो इसकी कैपिटल की है जी, इसकी कैपिटल है लंडन, कैपिटल की है लंडन। लंडन किहड़ी नदी के किनारे बसिया होया है, ये बसिया होया जी थेम्स रिवर के किनारे बसिया होया है लंडन शहर, ठीक है। इस तो इलावा इसके जोड़े PM ने लंडन के प्राइम मिनिस्टर ये हैं जी बोरिस जॉनसन, बोरिस जॉनसन, ये भी याद रखना, ठीक है। इस तो इलावा राष्ट्रमंडल का जोड़ा हैडकुआटर है वो भी यूके के हैगा,
ठीक है। इस तो इलावा अंतरराष्ट्रीय समुद्री संगठन का जिहड़ा मुख्यालय मुख्य दफ्तर है ये भी हैगा लंदन दे विच, ठीक है जी। सो प्रश्न नंबर 14 है, नैक्सट प्रश्न है प्रश्न नंबर 14, 100 प्रभावशाली कंपनियां विच किहड़ियां दो भारती कंपनियां का नाम है, ठीक है। पहली गल जिहड़ियां ये प्रभावशाली कंपनियां की लिस्ट ये जारी की गई है किस दे द्वारा, टाइम मैगजीन के द्वारा, टाइम मैगजीन के द्वारा जिहड़ी ये लिस्ट है जारी की गई है। सो इस दो भारतीय कंपनियां तुहानूं पता होगा, एक तो जियो है, ठीक है, सैकेंड है जी वाइजस, तुसीं ऐड देखी होगी यूट्यूब ते वाइजस, ठीक है। दो कंपनियां ने भारतीय जिहड़ियां 100 प्रभावशाली जिहड़ी ये लिस्ट जारी की गई है उस दे विच हन, ठीक है जी। इंपॉर्टेंट प्रश्न हैगा। प्रश्न नंबर 15, ऑक्सीजन ऑन व्हील्स स्टार्टड बाई, ठीक है, ऑक्सीजन ऑन व्हील्स स्टार्टड बाई, तुहानूं पता है कोविड-19 करके ऑक्सीजन की घाट पैदा हो गई सी, जिस करके जिहड़ी एक पहल चली गई सी ऑक्सीजन ऑन व्हील, ये किहड़े राज ने चलाई है, ये चलाई है जी हरियाणा स्टेट ने, किहड़े राज ने चलाई है जी हरियाणा स्टेट ने, ठीक है। तो हुण गल हरियाणा की हो रही है, तो हरियाणा की कैपिटल तुहानूं पता है सारिਆਂ ਨੂੰ पंजाब एंड हरियाणा की कैपिटल चंडीगढ़ है जी, ठीक है। तो इत्थों के मुख्य मंत्री कौन हैं, मनोहर लाल खट्टर, इत्थों के राजपाल कौन हैं, सत्यादेव नारायण आर्या, सत्यादेव नारायण आर्या, ठीक है। तो हरियाणा के नैशनल पार्क भी तुहानूं याद होने चाहिए हैं, हरियाणा के नैशनल पार्क किहड़े हैं, कलेसवर एंड सुल्तानपुर इंपॉर्टेंट जिहड़े नैशनल पार्क ने हरियाणा के, ठीक है। इस तो इलावा अनीमिया मुक्त, ठीक है, अनीमिया मुक्त भी जिहड़ा होएगा वो हरियाणा स्टेट हुई हैगी, ठीक है। तो इस तो इलावा प्रदूषण नाल निपटन लई हरियाणा द्वारा, प्रदूषण नाल निपटन लई हरियाणा द्वारा प्रोजैक्ट एयर केयर की शुरुआत भी हरियाणा स्टेट द्वारा की गई है, ठीक है। इंपॉर्टेंट प्रश्न ने तुहाडे एग्जाम लई याद रखना। सो प्रश्न नंबर 16 जी, प्रश्न नंबर 16 में गिवन हैगा 3D प्रिंटड हाउस डिवेलपड बाय, 3D प्रिंटड हाउस डिवेलप किस IIT द्वारा किया गया। सो ये डिवेलप किया गया जी IIT मद्रास द्वारा, IIT मद्रास द्वारा जिहड़ा 3D प्रिंटड हाउस हैगा ये स्टार्टअप किया गया जी, ये टैक्नोलॉजी द्वारा जिहड़ा विकसित किया गया है। सो जी 3D जिहड़ा इसका उद्घाटन किया गया किस दे द्वारा किया गया जी, केंद्रीय वित्त मंत्री निर्मला सीतारमन द्वारा जिहड़ा इस IIT ने जिहड़ा ये 3D प्रिंटड हाउस है बनाया गया उसका उद्घाटन किया गया, ठीक है। ये किन्ने दिनों में बन गया जी, ये हाउस केवल 5 दिनों के तैयार हो गया 3D प्रिंटड हाउस, ठीक है। तो तुसी बस यही याद रखना भी IIT मद्रास द्वारा जी ये डिवेलप किया गया, जेकर तुहाडे एग्जाम में आया तो IIT मद्रास आप टिक करना है। सो नैक्सट प्रश्न है जी, इस तो इलावा तुसी इंपॉर्टेंट कुछ फैक्ट याद रखना, मैं इत्थे लिख दिना, बाद विच आपां अरेंज कर देंगे क्योंकि पहली चीज़ तुहाडे एग्जाम में आ सकती है जो आप पेज नवा ले लेने हैं, ठीक है। तो आप बाद विच मैं तुहानूं करवावांगा, वीडियो लास्ट तक जरूर देखना, एंड ते करवावांगा, ठीक है। पहले आप 2-3 क्वेश्चन रह गए डन कर दिए। भारती BEML, ठीक है, भारती BEML, पहली गल तो तुहानूं इसकी फुल फॉर्म पता होनी चाहिए, इसकी फुल फॉर्म की है जी भारत अर्थ मूव्स लिमिटेड, ठीक है, इसकी फुल फॉर्म है जी। सो इस दे जिहड़े नवे अध्यक्ष बने ने एंड प्रबंधक निर्देशक बने ने, ये कौन बने ने जी, ये बने ने अमित बैनर्जी, ये कौन बने ने, ये बने ने जी अमित बैनर्जी, किस दे बने ने BEML दे, ठीक है। सो तुहानूं पता होना चाहिए भारत अर्थ मूवर्स लिमिटेड ये किन्ने विच बनी, ये बनी सी जी 1964 विच। इसका हैडकुआटर कित्थे है, हैडकुआटर है जी बेंगलौर करनाटका दे विच। जिन्नियां भी एक्सट्रा गल्लां है बहुत ही ज़्यादा तुहाडी जिहड़ी GK इंप्रूव करने च भी ये हैल्प करनगियां, ठीक है। इस तो इलावा तुहानूं इंपॉर्टेंट जिहड़ियां नियुक्तियां होईयां ने वो सुन लो तुसीं। हाकी इंडिया के जिहड़े नवे अध्यक्ष बने ने ये बने ने ज्ञान इंद्रो निगमो, ठीक है, याद रखना। लोक सभा के जिहड़े महासचिव बने ने ये बने ने उत्पल कुमार, इंपॉर्टेंट प्रश्न है जी, लोक सभा के महासचिव बने ने उत्पल कुमार, ये भी इंपॉर्टेंट नेम है, याद रखना, ठीक है। सो भारतीय जनता पार्टी के अध्यक्ष कौन बने ने, ये बने जी JP नड्डा, ठीक है, ये भी इंपॉर्टेंट नेम हैगा। सो नैक्सट प्रश्न है जी, हाल दे विच मंत्रिमंडल की नियुक्त समिति द्वारा
ਵਿੱਤ ਸचिव ਕਿਸ ਨੂੰ ਨਿਯੁਕਤ ਕੀਤਾ ਗਿਆ? ਵਿੱਤ ਸचिव ਕਿਸ ਨੂੰ ਨਿਯੁਕਤ ਕੀਤਾ ਗਿਆ? ਠੀਕ ਹੈ, ਮੰਤਰੀ ਮੰਡਲ ਦੀ ਕਿਹੜੀ ਸਮਿਤੀ ਦੁਆਰਾ? ਨਿਯੁਕਤ ਸਮਿਤੀ ਦੁਆਰਾ ਵਿੱਤ ਸचिव ਇਹ ਨਿਯੁਕਤ ਕੀਤਾ ਗਿਆ ਜੀ ਟੀ.ਵੀ. ਸਵਾਮੀਨਾਥਨ। ਟੀ.ਵੀ. ਸਵਾਮੀਨਾਥਨ ਨੂੰ ਜਿਹੜਾ ਮੁੱਖ ਸचिव ਜਿਹੜਾ ਨਿਯੁਕਤ ਕੀਤਾ ਗਿਆ ਹੈਗਾ। ਠੀਕ ਹੈ ਜੀ। ਸੋ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 19, ਆਯੁਸ਼ਮਾਨ ਭਾਰਤ ਡੇ ਸੈਲੀਬ੍ਰੇਟਡ। ਆਯੁਸ਼ਮਾਨ ਭਾਰਤ ਡੇ ਕਦੋਂ ਸੈਲੀਬ੍ਰੇਟ ਕੀਤਾ ਗਿਆ ਜੀ? ਇਹ ਕੀਤਾ ਗਿਆ 30 ਅਪ੍ਰੈਲ ਨੂੰ। ਆਯੁਸ਼ਮਾਨ ਭਾਰਤ ਡੇ ਸੈਲੀਬ੍ਰੇਟ ਕੀਤਾ ਗਿਆ ਜੀ 30 ਅਪ੍ਰੈਲ ਨੂੰ। ਠੀਕ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜਿਹੜੀ ਇਹ ਆਯੁਸ਼ਮਾਨ ਯੋਜਨਾ ਸੀ, ਆਯੁਸ਼ਮਾਨ ਭਾਰਤ ਯੋਜਨਾ, ਇਹ ਕਦੋਂ ਸਟਾਰਟ ਹੋਈ ਸੀ? 2018 ਦੇ ਵਿੱਚ। ਠੀਕ ਹੈ, ਇਹ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਇੱਕ ਹੈਲਥ ਜਿਹੜੀ ਕੰਪੇਨ ਚਲਾਈ ਗਈ ਸੀ। ਠੀਕ ਹੈ, ਤੋ ਇਹ ਵੀ ਯਾਦ ਰੱਖਣਾ। ਸੋ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 10 20 ਸੌਰੀ ਪ੍ਰਸ਼ਨ ਨੰਬਰ 20 ਹੈਗਾ। ਸੋ ਵੈਰੀ ਇੰਪੋਰਟੈਂਟ ਪ੍ਰਸ਼ਨ ਹੈਗਾ ਜੀ, ਈ ਪੰਚਾਇਤ ਅਵਾਰਡ 2021 ਕਿਹੜੇ ਰਾਜ ਨੂੰ ਮਿਲਿਆ ਹੈ? ਈ ਪੰਚਾਇਤ ਅਵਾਰਡ 2021 ਕਿਹੜੇ ਰਾਜ ਨੂੰ ਮਿਲਿਆ ਹੈ? ਉੱਤਰ ਪ੍ਰਦੇਸ਼, ਯੂਪੀ ਰਾਜ ਨੂੰ ਮਿਲਿਆ ਜੀ। ਠੀਕ ਹੈ, 2020 ਦਾ ਕਿਹੜੇ ਰਾਜ ਨੂੰ ਮਿਲਿਆ ਸੀ? 2020 ਦਾ ਕਿਹੜੇ ਰਾਜ ਨੂੰ ਮਿਲਿਆ ਸੀ? ਇਹ ਮਿਲਿਆ ਸੀ ਜੀ ਹਿਮਾਚਲ ਪ੍ਰਦੇਸ਼ ਨੂੰ। 2021 ਦਾ ਈ ਪੰਚਾਇਤ ਅਵਾਰਡ ਮਿਲਿਆ ਯੂਪੀ ਨੂੰ, 2020 ਦਾ ਮਿਲਿਆ ਸੀਗਾ ਹਿਮਾਚਲ ਪ੍ਰਦੇਸ਼ ਨੂੰ। ਠੀਕ ਹੈ, ਆਪਣੇ ਪੰਚਾਇਤ ਰਾਜ ਮੁੱਖ ਮੰਤਰੀ ਪੰਚਾਇਤ ਰਾਜ ਮੰਤਰੀ ਕੌਣ ਹਨ? ਨਰਿੰਦਰ ਸਿੰਘ ਤੋਮਰ। ਇਹੀ ਆਪਣੇ ਐਗਰੀਕਲਚਰ ਜਿਹੜੇ ਮੰਤਰੀ ਨੇ, ਨਰਿੰਦਰ ਸਿੰਘ ਤੋਮਰ। ਠੀਕ ਹੈ, ਇਹ ਵੀ ਯਾਦ ਰੱਖਣਾ। ਠੀਕ ਹੈ ਜੀ। ਸੋ ਜਿਹੜਾ ਇਹ ਪੰਚਾਇਤ ਅਵਾਰਡ ਹੈ ਵਧੀਆ ਜਿਹੜਾ ਪੰਚਾਇਤੀ ਢਾਂਚੇ ਲਈ ਜਿਹੜਾ ਦਿੱਤਾ ਜਾਂਦਾ ਹੈਗਾ, ਸੋ ਇਹ ਵੀ ਯਾਦ ਰੱਖਣਾ। ਠੀਕ ਹੈ, ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਯੂਪੀ ਦੀ। ਯੂਪੀ ਦੀ ਕੈਪੀਟਲ ਕੀ ਹੈ ਜੀ? ਯੂਪੀ ਦੀ ਕੈਪੀਟਲ ਹੈ ਲਖਨਊ। ਲਖਨਊ ਨੂੰ ਕੀ ਕਿਹਾ ਜਾਂਦਾ? ਲਖਨਊ ਨੂੰ ਕਿਹਾ ਜਾਂਦਾ ਜੀ ਨਵਾਬਾਂ ਦਾ ਸ਼ਹਿਰ। ਠੀਕ ਹੈ, ਨਵਾਬਾਂ ਦਾ ਸ਼ਹਿਰ। ਇਸ ਤੋਂ ਇਲਾਵਾ ਜਿਹੜਾ ਲਖਨਊ ਸ਼ਹਿਰ ਹੈ ਇਹ ਗੋਮਤੀ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈਗਾ, ਇਹ ਵੀ ਯਾਦ ਰੱਖਣਾ। ਠੀਕ ਹੈ, ਇਸ ਤੋਂ ਇਲਾਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਇੱਥੋਂ ਦੇ ਜਿਹੜੇ ਰਾਜਪਾਲ ਨੇ, ਮੁੱਖ ਮੰਤਰੀ ਕੌਣ ਨੇ? ਮੁੱਖ ਮੰਤਰੀ ਇੱਥੋਂ ਦੇ ਨੇ ਯੋਗੀ ਆਦਿੱਤਨਾਥ। ਯੂਪੀ ਦੇ ਜਿਹੜੇ ਮੁੱਖ ਮੰਤਰੀ ਨੇ ਯੋਗੀ ਆਦਿੱਤਨਾਥ। ਠੀਕ ਹੈ, ਇੱਥੋਂ ਦੇ ਗਵਰਨਰ ਰਾਜਪਾਲ ਕੌਣ ਨੇ? ਆਨੰਦੀਬੇਨ ਪਟੇਲ। ਆਨੰਦੀਬੇਨ ਪਟੇਲ, ਇਹ ਵੀ ਯਾਦ ਰੱਖਣਾ। ਠੀਕ ਹੈ ਜੀ। ਇਸ ਤੋਂ ਇਲਾਵਾ ਏਸ਼ੀਆ ਦਾ ਸਭ ਤੋਂ ਵੱਡਾ 에ਅਰਪੋਰਟ ਕਿੱਥੇ ਹੈ? ਏਸ਼ੀਆ ਦਾ ਸਭ ਤੋਂ ਵੱਡਾ 에ਅਰਪੋਰਟ, ਮੋਸਟ ਇੰਪੋਰਟੈਂਟ ਪ੍ਰਸ਼ਨ ਹੈ, ਇਹ ਵੀ ਯੂਪੀ ਦੇ ਵਿੱਚ ਹੈਗਾ। ਠੀਕ ਹੈ, ਭਾਰਤ ਦਾ ਪਹਿਲਾ ਲੈਦਰ ਪਾਰਕ ਕਿੱਥੇ ਬਣਿਆ? ਇਹ ਵੀ ਯੂਪੀ ਦੇ ਵਿੱਚ ਹੈਗਾ। ਠੀਕ ਹੈ, ਪੇਪਰਲੈਸ ਵਾਈਟ ਪਾਸ ਕਰਨ ਵਾਲਾ ਇਹ ਵੀ ਜਿਹੜਾ ਰਾਜ ਬਣਿਆ ਹੈਗਾ ਪਹਿਲਾ, ਇਹ ਵੀ ਯੂਪੀ ਹੈਗਾ। ਠੀਕ ਹੈ, ਸਾਰੇ ਦੇ ਸਾਰੇ ਪ੍ਰਸ਼ਨ ਇੰਪੋਰਟੈਂਟ ਹਨ। ਜਿਹੜੀਆਂ ਇੰਪੋਰਟੈਂਟ ਗੱਲਾਂ ਇਹ ਵੀ ਤੁਸੀਂ ਨਾਲ ਨੋਟ ਕਰਦੇ ਜਾਣਾ। 2020 ਵਿੱਚ ਸਭ ਤੋਂ ਜ਼ਿਆਦਾ ਖਰਚ ਸੈਨਾ ਤੇ ਕਰਨ ਵਾਲਾ ਕਿਹੜਾ ਦੇਸ਼ ਬਣਿਆ ਹੈ? ਮੋਸਟ ਇੰਪੋਰਟੈਂਟ ਪ੍ਰਸ਼ਨ ਹੈ, ਦੱਸੋ ਜੇਕਰ ਤੁਹਾਨੂੰ ਪਤਾ ਹੈਗਾ। ਸੋ ਇਹ ਬਣਿਆ ਜੀ USA, ਅਮਰੀਕਾ। 2020 ਵਿੱਚ ਸਭ ਤੋਂ ਜ਼ਿਆਦਾ ਖਰਚ ਸੈਨਾ ਤੇ ਕਰਨ ਵਾਲਾ ਇਹ ਦੇਸ਼ ਬਣਿਆ ਜੀ ਅਮਰੀਕਾ ਵਿੱਚ, USA ਬਣੇਗਾ। ਠੀਕ ਹੈ, ਸੋ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 22, ਚਾਂਡਲਰ ਗੁੱਡ ਗਵਰਨਮੈਂਟ ਇੰਡੈਕਸ 2021। ਚਾਂਡਲਰ ਗੁੱਡ ਗਵਰਨਮੈਂਟ ਇੰਡੈਕਸ 2021 ਚ ਕਿਹੜਾ ਦੇਸ਼ ਜਿਹੜਾ ਟੌਪ ਤੇ ਰਿਹਾ? ਕਿਹੜਾ ਦੇਸ਼ ਰਿਹਾ ਜੀ? ਇਹ ਰਹੇਗਾ ਫਿਨਲੈਂਡ। ਇਸ ਤਰ੍ਹਾਂ ਦੇ ਇੰਡੈਕਸ ਨੇ, ਇਹ ਵੀ ਗਵਰਨਮੈਂਟ ਐਗਜ਼ਾਮ ਵਿੱਚ ਪੁੱਛੇ ਜਾਂਦੇ ਨੇ। ਸੋ ਚਾਂਡਲਰ ਗੁੱਡ ਗਵਰਨਮੈਂਟ ਇੰਡੈਕਸ 2021 ਵਿੱਚ ਟੌਪ ਤੇ ਰਿਹਾ ਜੀ ਫਿਨਲੈਂਡ ਦੇਸ਼ ਜਿਹੜਾ ਟੌਪ ਤੇ ਰਹੇਗਾ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਸੋ ਅੱਜ ਆਪਾਂ ਜਿੰਨੇ ਪ੍ਰਸ਼ਨ ਕੀਤੇ ਹਨ ਸਾਰੇ ਦੇ ਸਾਰੇ ਇੰਪੋਰਟੈਂਟ ਹਨ। ਬਹੁਤ ਵਾਰੀ ਪੰਜਾਬ ਜਾਂ ਤੁਹਾਡੇ ਜਿਹੜੇ ਗਵਰਨਮੈਂਟ ਐਗਜ਼ਾਮ ਵਿੱਚ ਇਹ ਆ ਸਕਦੇ ਹਨ। ਠੀਕ ਹੈ, ਕਿਉਂਕਿ ਕਰੰਟ ਅਫੇਅਰ ਸੈਸ਼ਨ ਜਿਹੜਾ ਇੰਪੋਰਟੈਂਟ ਹੈਗਾ। ਸੋ ਇਸ ਤੋਂ ਇਲਾਵਾ ਆਪਾਂ ਕਰਦੇ ਹਾਂ ਜੀ, ਇਸ ਤੋਂ ਇਲਾਵਾ ਤੁਹਾਡੇ ਨਾਲ ਆਪਾਂ ਡਿਸਕਸ਼ਨ ਕਰਦੇ ਹਾਂ ਕਿ ਇੰਪੋਰਟੈਂਟ ਜਿਹੜੇ ਕਰੰਟ ਅਫੇਅਰ ਰਹੇ ਨੇ ਕੁਝ ਗੱਲਾਂ। ਠੀਕ ਹੈ, ਇਹ ਤੁਸੀਂ ਜ਼ਰੂਰ ਸੁਣਨਾ ਕਿਉਂਕਿ ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਹੈਲਪਫੁਲ ਰਹਿਣਗੀਆਂ। ਭਾਰਤ ਦਾ ਪਹਿਲਾ ਪਲਾਜ਼ਮਾ ਬੈਂਕ, ਭਾਰਤ ਦਾ ਪਹਿਲਾ ਪਲਾਜ਼ਮਾ ਬੈਂਕ ਇਹ ਕਿੱਥੇ ਬਣਿਆ ਜੀ? ਇੰਪੋਰਟੈਂਟ ਹੈਗਾ, ਤੁਹਾਡੇ ਐਗਜ਼ਾਮ ਵਿੱਚ ਆ ਸਕਦਾ ਹੈ। ਇਹ ਕਿੱਥੇ ਬਣਿਆ ਜੀ? ਇਹ ਬਣੇਗਾ ਦਿੱਲੀ ਵਿਖੇ। ਠੀਕ ਹੈ, ਇਹ ਯਾਦ ਰੱਖਣਾ। ਇਸ ਤੋਂ ਇਲਾਵਾ ਭਾਰਤ ਦਾ ਪਹਿਲਾ ਹਾਥੀ ਹਸਪੀਟਲ, ਭਾਰਤ ਦਾ ਪਹਿਲਾ ਹਾਥੀ ਹਸਪੀਟਲ। ਠੀਕ ਹੈ, ਹਾਥੀ ਹਸਪੀਟਲ ਇਹ ਕਿੱਥੇ ਬਣਿਆ ਜੀ? ਇਹ ਬਣੇਗਾ ਮਥੁਰਾ ਵਿਖੇ। ਠੀਕ ਹੈ, ਇਹ ਵੀ ਯਾਦ ਰੱਖਣਾ। ਇਸ ਤੋਂ ਇਲਾਵਾ ਭਾਰਤ ਦਾ ਪਹਿਲਾ ਸਮੁੰਦਰੀ ਸੰਗ੍ਰਹਾਲय ਹੈ, ਭਾਰਤ ਦਾ ਪਹਿਲਾ ਸਮੁੰਦਰੀ ਸੰਗ੍ਰਹਾਲय ਹੈ। ਠੀਕ ਹੈ, ਇਹ ਕਿੱਥੇ ਬਣਿਆ ਜੀ? ਇਹ ਬਣੇਗਾ
ਲੋਥਲ ਵਿੱਚ। ਇਹ ਕਿੱਥੇ ਬਣਿਆ ਜੀ? ਇਹ ਬਣਿਆ ਲੋਥਲ ਵਿੱਚ। ਇਸ ਤੋਂ ਇਲਾਵਾ ਬਣਿਆ ਜੀ ਭਾਰਤ ਦਾ ਪਹਿਲਾ ਲਾਈਕਨ ਪਾਰਕ। ਭਾਰਤ ਦਾ ਪਹਿਲਾ ਲਾਈਕਨ ਪਾਰਕ ਇਹ ਕਿੱਥੇ ਬਣਿਆ ਜੀ? ਲਾਈਕਨ ਪਾਰਕ ਇਹ ਬਣਿਆ ਜੀ ਉੱਤਰਾਖੰਡ ਵਿੱਚ। ਉੱਤਰਾਖੰਡ ਵਿੱਚ ਭਾਰਤ ਦਾ ਪਹਿਲਾ ਲਾਈਕਨ ਪਾਰਕ ਬਣੇਗਾ। ਠੀਕ ਹੈ, ਇਹ ਕੁਝ ਪਹਿਲੀਆਂ ਗੱਲਾਂ ਨੇ ਇੰਪੋਰਟੈਂਟ ਕਰੰਟ ਦੀਆਂ ਜਿਹੜੀਆਂ ਹੁਣ ਇਵੈਂਟ ਹੋਏ ਨੇ, ਇਹ ਤੁਸੀਂ ਯਾਦ ਰੱਖਣਾ। ਠੀਕ ਹੈ, ਸੋ ਜੇਕਰ ਅੱਜ ਤੁਹਾਨੂੰ ਇਹ ਕਰੰਟ ਅਫੇਅਰ ਦੀ ਵੀਡੀਓ ਵਧੀਆ ਲੱਗੀ, ਪਲੀਜ਼ ਜ਼ਰੂਰ ਦੱਸਣਾ ਕਮੈਂਟ ਕਰਕੇ ਵੀ ਨੈਕਸਟ ਪਾਰਟ ਲੈ ਜਾਣ, ਤਾਂ ਫਿਰ ਆਪਾਂ ਲੈ ਕੇ ਆਵਾਂਗੇ। ਸੋ ਥੈਂਕਸ ਫॉर ਵਾਚਿੰਗ, ਟੇਕ